अस्सलामुअलैकुम जी नाज़रीन। ਅੱਜ ਦੇ ਵਲੌਗ ਦੇ ਵਿੱਚ ਫੈਸਲਾਬਾਦ ਦੇ ਇਲਾਕੇ ਖੁਰੜਿਆਂ ਵਾਲੇ ਦੇ ਵਿੱਚ ਇੱਕ ਚਾਕਾ 105 ਰੇਬ ਹੈ। ਉੱਥੇ ਇੱਕ ਰਾਤ ਨੂੰ ਬੁੜਾ ਆਦਮੀ ਜਿਹਦੀ ਉਮਰ 65 ਸਾਲ ਹੁੰਦੀ ਆ ਸੋਜਨ ਦਾ, ਉਹਦੀ ਬੀਵੀ ਜਿਹੜੀ ਆ ਉਹ ਆਪਣੇ दामाद और अपनी बेटी ਨੂੰ ਫੋਨ ਕਰਕੇ ਕਹਿੰਦੀ ਆ ਕਿ ਤੁਹਾਡਾ ਜਿਹੜਾ ਵਾਲਦ ਆ ਉਹ ਸੋ ਗਿਆ ਤੇ ਫੌਰੀ ਪਹੁੰਚੋ ਤੇ ਪਹੁੰਚ ਕੇ ਤੇ ਇਹਦਾ ਖਾਤਮਾ ਕਰੋ। ਤੇ ਉਹਦਾ ਸ਼ੌਹਰ ਬੇਟੀ ਦਾ ਔਰ ਬੇਟੀ ਫੌਰੀ ਜਦੋਂ ਵਾਲਦ ਸੋ ਜਾਂਦਾ ਪਹੁੰਚ ਜਾਂਦੇ ਨੇ। ਮਾਂ ਜਿਹੜੀ ਆ ਗੇ ਇੰਤਜ਼ਾਰ ਦੇ ਵਿੱਚ ਖੜੀ ਹੁੰਦੀ ਆ ਜਿਹਦੀ ਉਮਰ 55 ਸਾਲ ਆ। ਆਂਦੇ ਆ ਤੇ ਆ ਕੇ ਉਹਨੂੰ ਸਾਰੇ ਜਣੇ ਪਕੜਦੇ ਆ ਤੇ ਉਹਦਾ ਗਲਾ ਦਬਾ ਕੇ ਤੇ ਗਲ ਘੁੱਟ ਕੇ ਉਹਨੂੰ ਮਾਰ ਦਿੰਦੇ ਨੇ। ਉਸ ਤੋਂ ਬਾਅਦ ਇੱਕ ਕੋਲ ਸੇਮ ਨਹਿਰ ਆ, ਉਹਦੀ ਲਾਸ਼ ਨੂੰ ਸੇਮ ਨਹਿਰ ਦੇ ਵਿੱਚ ਸੁੱਟ ਆਂਦੇ ਨੇ। ਉਸ 65 ਸਾਲਾ ਬਜ਼ੁਰਗ ਦਾ ਕੀ ਕਸੂਰ ਸੀ ਜਿਹਦੀ ਵਜ੍ਹਾ ਦੇ ਨਾਲ ਬੀਵੀ ਵੀ ਨਾਲ ਰਲ ਗਈ? ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਖੁਰੜਿਆਂ ਵਾਲੇ ਦੇ ਵਿੱਚ ਇੱਕ ਚਾਕਾ 105 ਰੇਬ ਹੈ। ਉੱਥੇ ਇੱਕ ਫੈਮਿਲੀ ਰਹਿੰਦੀ ਹੈ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਹੈ ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ ਦੀ ਬੀਵੀ ਦਾ ਨਾਮ ਹੈ ਸ਼ਾਹਿਦਾ ਬੀਬੀ। ਮੁਹੰਮਦ ਰਮਜ਼ਾਨ ਦੀ ਉਮਰ ਆ 65 ਸਾਲ, ਸ਼ਾਹਿਦਾ ਬੀਬੀ ਦੀ ਉਮਰ ਆ 55 ਸਾਲ। ਅੱਲਾਹ ਤਾਲਾ ਨੇ ਇਹਨਾਂ ਨੂੰ ਇੱਕ ਬੇਟੀ ਦਿੱਤੀ ਜਿਹਦਾ ਨਾਮ ਹੈ ਤੈयबा ਸ਼ਹਿਜ਼ਾਦੀ। ਹੁਣ ਜਿਸ ਵੇਲੇ ਤੈयबा ਸ਼ਹਿਜ਼ਾਦੀ ਜਵਾਨ ਹੋਈ, ਇਹਦੀ ਸੈਟਿੰਗ ਇੱਕ ਲੜਕੇ ਦੇ ਨਾਲ ਹੋ ਜਾਂਦੀ ਹੈ। ਹਮਜ਼ਾ ਨਾਮੀ ਲੜਕਾ ਹੁੰਦਾ। ਹਮਜ਼ਾ ਨਾਮੀ ਲੜਕੇ ਦੇ ਨਾਲ ਇਹਨੇ ਘਰੋਂ ਬਹਾਨਾ ਲਾ ਕੇ ਨਿਕਲ ਕੇ ਜਾਣਾ ਕਿ ਮੈਂ ਸ਼ਹਿਰ ਜਾ ਰਹੀ ਹਾਂ ਜਾਂ ਕਿਸੇ ਦੇ ਘਰ ਜਾ ਰਹੇ ਹਾਂ, ਜਾ ਕੇ ਉਹਦੇ ਨਾਲ ਗੱਪਾਂ ਸ਼ੱਪਾਂ ਲਾਉਣੀਆਂ, ਉਹਦੇ ਨਾਲ ਮਿਲਣਾ ਮਿਲਾਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਉਹਦੇ ਨਾਲ ਤਾਲੁਕਾਤ ਬਣ ਗਏ ਕਿ ਪਿਆਰ ਮੁਹੱਬਤ ਉਹਦੇ ਨਾਲ ਕਰਨ ਲੱਗ ਪਈ। ਉਸ ਤੋਂ ਬਾਅਦ ਹੌਲੀ ਹੌਲੀ ਇਹ ਹੁਣ ਸੋਚਦੇ ਨੇ ਕਿ ਅਸੀਂ ਦੋਨੋਂ ਸ਼ਾਦੀ ਕਰ ਲਈਏ। ਹੁਣ ਇਹ ਕਹਿੰਦੇ ਨੇ ਕਿ ਆਪਾਂ ਆਪਣੇ ਆਪਣੇ ਘਰ ਦੇ ਵਿੱਚ ਗੱਲ ਕਰਦੇ ਹਾਂ ਕਿ ਸਾਡੀ ਸ਼ਾਦੀ ਦੋਨਾਂ ਦੀ ਕਰ ਦੋ। ਹੁਣ ਤੈयबा ਸ਼ਹਿਜ਼ਾਦੀ ਜਿਹੜੀ ਆ ਉਹ ਸਭ ਤੋਂ ਪਹਿਲਾਂ ਆਪਣੀ ਅੰਮੀ ਦੇ ਨਾਲ ਗੱਲ ਕਰਦੀ ਆ ਕਿ ਮੈਂ ਹਮਜ਼ਾ ਨਾਮੀ ਲੜਕੇ ਨੂੰ ਪਸੰਦ ਕਰਦੀ ਆ ਔਰ ਉਹਦੇ ਨਾਲ ਪਿਆਰ ਕਰਦੀ ਆ, ਮੈਂ ਚਾਹੁੰਦੀ ਆ ਮੇਰੀ ਸ਼ਾਦੀ ਉਹਦੇ ਨਾਲ ਹੋ ਜਾਏ। ਹੁਣ ਜਿਹੜੀ ਸ਼ਾਹਦਾ ਆ ਉਹਦੀ ਵਾਲਦਾ ਉਹ ਕਹਿੰਦੀ ਕਿ ਪੁੱਤ ਮੈਂ ਤੇਰੇ ਬਾਪ ਨਾਲ ਗੱਲ ਕਰਾਂਗੀ, ਫਿਰ ਤੈਨੂੰ ਦੱਸਾਂਗੀ ਕਿ ਤੇਰਾ ਬਾਪ ਕੀ ਕਹਿੰਦਾ। ਕਿਉਂਕਿ ਜਿਸ ਵੇਲੇ ਵੀ ਧੀ ਗੱਲ ਕਰਦੀ ਸਭ ਤੋਂ ਪਹਿਲਾਂ ਮਾਂ ਦੇ ਨਾਲ ਗੱਲ ਕਰਦੀ ਔਰ ਮਾਂ ਨੂੰ ਹੀ ਆਪਣਾ ਦੋਸਤ ਸਮਝਦੀ ਆ। ਜਿਸ ਵੇਲੇ ਵਾਲਦ ਦੇ ਨਾਲ ਗੱਲ ਕੀਤੀ ਗਈ ਤੇ ਵਾਲਦ ਅੱਗੋਂ ਬਹੁਤ ਗੁੱਸੇ ਦੇ ਵਿੱਚ ਆ ਗਿਆ। ਉਹਨੇ ਕਿਹਾ ਤੂੰ ਕੀ ਕਹਿ ਰਹੀ ਆ, ਸਾਡੀ ਬੇਟੀ ਸ਼ਾਦੀ ਕਰਨਾ ਚਾਹੁੰਦੀ ਆ, ਉਹ ਵੀ ਪਸੰਦ ਹੀ ਨਹੀਂ, ਇਹ ਨਹੀਂ ਹੋ ਸਕਦਾ। ਅੱਜ ਤੱਕ ਲੋਕਾਂ ਦੇ ਫੈਸਲੇ ਮੈਂ ਕਰਦਾ ਰਿਹਾ ਔਰ ਜਿਹੜੀ ਲੜਕੀ ਪਸੰਦ ਦੀ ਸ਼ਾਦੀ ਕਰਨਾ ਚਾਹਦੀ ਸੀ ਮੈਂ ਹੋਣ ਨਹੀਂ ਸੀ ਦਿੰਦਾ, ਉਹਦੀ ਮੁਖਾਲਫਤ ਕਰਦਾ ਸੀ। ਅੱਜ ਤੂੰ ਖੁਦ ਕਹਿ ਰਹੀ ਆ ਕਿ ਮੇਰੀ ਬੇਟੀ ਜਿਹੜੀ ਆ ਉਹ ਪਸੰਦ ਦੀ ਸ਼ਾਦੀ ਕਰਨਾ ਚਾਹੁੰਦੀ ਆ, ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਉਹ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਫਿਰ ਇਹ ਆਪਣੀ ਬੇਟੀ ਨੂੰ ਦੱਸਦੀ ਆ ਕਿ ਤੇਰਾ ਪਿਓ ਜਿਹੜਾ ਉਹ ਨਹੀਂ ਮੰਨਦਾ ਹੈਗਾ ਤੇ ਬੇਟੀ ਬੜੀ ਪਰੇਸ਼ਾਨ ਹੋ ਜਾਂਦੀ ਆ। ਦੂਸਰੀ ਸਾਈਡ ਤੇ ਹਮਜ਼ਾ ਜਿਹੜਾ ਉਹ ਆਪਣੇ ਜਿਸ ਵੇਲੇ ਵਾਲਦੈਨ ਦੇ ਨਾਲ ਗੱਲ ਕਰਦਾ, ਉਹਦੇ ਵਾਲਦੈਨ ਕਹਿੰਦੇ ਨੇ ਕਿ ਤੂੰ ਸਾਨੂੰ ਲੜਕੀ ਦੀ ਤਸਵੀਰ ਦਿਖਾ। ਹਮਜ਼ਾ ਨੇ ਉਸ ਲੜਕੀ ਦੀ ਤਸਵੀਰ ਜਿਹੜੀ ਆਪਣੇ ਵਾਲਦੈਨ ਨੂੰ ਦਿਖਾਈ। ਉਹਦੇ ਵਾਲਦੈਨ ਨੇ ਪਸੰਦ ਕਰ ਲਈ। ਉਹਨਾਂ ਨੇ ਕਿਹਾ ਕਿ ਠੀਕ ਆ, ਅਸੀਂ ਤੇਰੀ ਸ਼ਾਦੀ ਕਰ ਦਿਆਂਗੇ, ਉਹਨਾਂ ਦੇ ਘਰ ਪੁੱਛਣ ਜਾਵਾਂਗੇ। ਲੇਕਿਨ ਦੂਸਰੀ ਸਾਈਡ ਤੋਂ ਤैयबा ਸ਼ਹਿਜ਼ਾਦੀ ਕਹਿੰਦੀ ਹੈ ਹਮਜ਼ਾ ਨੂੰ ਕਿ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਨਹੀਂ ਮੰਨਦੇ ਹੋ ਗਏ, ਹੁਣ ਕੀ ਕਰੀਏ, ਇਹਦਾ ਕੀ ਤਰੀਕਾਕਾਰ ਹੋਏਗਾ। ਹੁਣ ਇਹ ਆਪਣੀ ਵਾਲਦਾ ਦੇ ਨਾਲ ਸਲਾਹ ਕਰਦੀ ਆ, ਹਮਜ਼ਾ ਦੇ ਨਾਲ ਸਲਾਹ ਕਰਦੀ ਆ। ਹੁਣ ਜਿਹੜੀ ਸ਼ਾਹਿਦਾ ਆ ਤैयबा ਦੀ ਵਾਲਦਾ ਉਹ ਕਹਿੰਦੀ ਹੈ ਕਿ ਚੱਲ ਕੋਈ ਨਹੀਂ, ਮੈਂ ਆਸਤਾ ਆਸਤਾ ਤੇਰੇ ਪਿਓ ਨੂੰ ਮਨਾ ਲਾਂਗੀ, ਲੇਕਿਨ ਪਿਓ ਨਹੀਂ ਮੰਨਦਾ। ਫਿਰ ਇਹ ਹਮਜ਼ਾ ਦੇ ਨਾਲ ਸਲਾਹ ਕਰਦੀ ਆ। ਹਮਜ਼ਾ ਕਹਿੰਦਾ ਕਿ ਆਪਾਂ ਇਸ ਤਰ੍ਹਾਂ ਕਰੀਏ ਕਿ ਨੱਠ ਚਲੀਏ ਦੌੜ ਕੇ ਤੇ ਕੋਰਟ ਮੈਰਿਜ ਕਰ ਲੈਂਦੇ ਆ। ਤैयबा ਸ਼ਹਿਜ਼ਾਦੀ ਜਿਹੜੀ ਆ ਇਹ ਤਿਆਰ ਹੋ ਜਾਂਦੀ ਆ ਕੋਰਟ ਮੈਰਿਜ ਕਰਨੇ ਵਾਸਤੇ। ਫਿਰ ਇਹ ਇੱਕ ਦਿਨ ਪਲਾਨਿੰਗ ਬਣਾਉਂਦੇ ਨੇ, ਘਰੋਂ ਦੋਨੋਂ ਦੌੜ ਜਾਂਦੇ ਨੇ, ਦੌੜ ਕੇ ਜਾ ਕੇ ਕੋਰਟ ਮੈਰਿਜ ਕਰ ਲੈਂਦੇ ਨੇ। ਉਸ ਤੋਂ ਬਾਅਦ ਤैयबा ਸ਼ਹਿਜ਼ਾਦੀ ਆਪਣੇ ਸਸੁਰਾਲ ਚਲ ਜਾਂਦੀ ਆ ਔਰ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਆ। ਪਿੱਛੋਂ ਜਦੋਂ ਵਾਲਦ ਨੂੰ ਜਿਹਦੀ ਉਮਰ 65 ਸਾਲ ਹੁੰਦੀ ਹੈ, ਮੁਹੰਮਦ ਰਮਜ਼ਾਨ, ਉਹਨੂੰ ਜਦੋਂ ਪਤਾ ਲੱਗਦਾ ਉਹ ਫਿਰ ਉਹਦੀ ਅੰਮੀ ਨੂੰ ਜਿਹਦਾ ਨਾਮ ਸ਼ਾਹਿਦਾ 55 ਸਾਲ ਉਮਰ, ਉਹਨੂੰ ਚੰਗਾ ਮਾੜਾ ਬੋਲਦਾ ਆ। ਫਿਰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਸਾਡੀ ਜਿਹੜੀ ਬੇਟੀ ਆ
ਤੈਯਬਾ ਸ਼ਹਿਜ਼ਾਦੀ ਉਹਦਾ ਸਾਡੇ ਨਾਲ ਲੈਕਾ ਦੇਕਾ ਮਰਨ ਜੀਣ ਖਤਮ, ਸਾਡੇ ਘਰ ਨਹੀਂ ਆ ਸਕਦੀ ਹੈਗੀ। ਹੁਣ ਇਹ ਆਪਣੇ ਸਸੁਰਾਲ ਦੇ ਘਰ ਰਹਿੰਦੀ ਆ। ਇਹ ਜਦੋਂ ਦੌੜ ਕੇ ਗਈ, ਇਹਦਾ ਆਪਣੀ ਵਾਲਦਾ ਦੇ ਨਾਲ ਰਾਬਤਾ ਸੀ ਔਰ ਉਹਦੇ ਨਾਲ ਸਾਰਾ ਕੰਮ ਮਿਲ ਕੇ ਕੀਤਾ। ਤੇ ਉਸ ਤੋਂ ਬਾਅਦ ਗਾਹੇ ਬਗਾਹੇ ਇਹ ਆਪਣੀ ਵਾਲਦਾ ਨੂੰ ਫੋਨ ਕਰਦੀ ਰਹਿੰਦੀ ਸੀ, ਸਾਰੀ ਸਿਚੁਏਸ਼ਨ ਦੱਸਦੀ ਰਹਿੰਦੀ ਸੀ। ਉਸ ਤੋਂ ਬਾਅਦ ਇਹਦੀ ਵਾਲਦਾ ਜਿਹੜੀ ਆ ਆਪਣੇ ਸ਼ੋਹਰ ਮੁਹੰਮਦ ਰਮਜ਼ਾਨ ਦੇ ਨਾਲ ਉਹਦੇ ਬਾਰੇ ਚ ਆਸਤਾ ਆਸਤਾ ਪਿਆਰ ਮੁਹੱਬਤ ਦੀਆਂ ਗੱਲਾਂ ਕਰਕੇ ਪਤਿਆਉਂਦੀ ਰਹਿੰਦੀ ਕਿ ਬੇਟੀ ਆ, ਚੱਲ ਤੂੰ ਉਹਨੂੰ ਮਾਫ ਕਰ ਦੇ, ਅਗਰ ਗਲਤੀ ਕਰ ਲਈ ਕੋਈ ਗੱਲ ਨਹੀਂ ਹੈਗੀ, ਹੈ ਤਾਂ ਬੇਟੀ ਆ ਨਾ, ਚੱਲ ਆਪਣੇ ਘਰ ਰਹਿੰਦੀ ਆ ਤੇ ਮੁੰਡਾ ਵੀ ਸੋਹਣਾ ਸੁਨੱਖਾ ਆ ਤੇ ਅੱਛੀ ਜ਼ਿੰਦਗੀ ਗੁਜ਼ਾਰ ਰਹੀ ਆ। ਮੁਹੰਮਦ ਰਮਜ਼ਾਨ ਆਪਣੀ ਬੀਵੀ ਨੂੰ ਆਖਰਕਾਰ ਇੱਕ ਦਿਨ ਕਹਿੰਦਾ ਕਿ ਠੀਕ ਆ, ਬੇਟੀ ਨੂੰ ਕਹੇ ਉਹ ਕੱਲੀ ਆ ਜਾਵੇ, ਆ ਕੇ ਤੇ ਮੈਨੂੰ ਮਿਲ ਜਾਏ ਤੇ ਮੈਂ ਕੱਲੀ ਨੂੰ ਘਰ ਆਣ ਦੇਣਾ ਤੇ ਜਵਾਈ ਜਿਹੜਾ ਹਮਜ਼ਾ ਆ ਉਹ ਘਰ ਨਾ ਆਵੇ। ਹੁਣ ਸ਼ਾਹਦਾ ਨੇ ਆਪਣੀ ਬੇਟੀ ਤੈਯਬਾ ਸ਼ਹਿਜ਼ਾਦੀ ਨੂੰ ਫੋਨ ਕੀਤਾ ਕਿ ਤੇਰਾ ਵਾਲਦ ਜਿਹੜਾ ਮੰਨ ਗਿਆ, ਮੈਂ ਉਹਨੂੰ ਮਨਾ ਲਿਆ ਆ, ਉਹ ਵੀ ਸਿਰਫ ਤੇਰੀ ਕੱਲੀ ਵਾਸਤੇ ਮੰਨਿਆ ਕਿ ਤੂੰ ਕੱਲੀ ਘਰ ਆਏਂਗੀ, ਹਮਜ਼ਾ ਨਹੀਂ ਆਏਗਾ। ਤੈਯਬਾ ਸ਼ਹਿਜ਼ਾਦੀ ਜਿਹੜੀ ਆ ਹੁਣ ਬੜੀ ਖੁਸ਼ ਹੁੰਦੀ ਹੈ ਕਿ ਚਲੋ ਵਾਲਦ ਥੋੜਾ ਜਿਹਾ ਤਾਂ ਮੰਨ ਗਿਆ, ਅੱਗੇ ਜਾ ਕੇ ਹਮਜ਼ਾ ਵਾਸਤੇ ਵੀ ਮੰਨ ਜਾਏਗਾ। ਉਸ ਤੋਂ ਬਾਅਦ ਤੈਯਬਾ ਸ਼ਹਿਜ਼ਾਦੀ ਕੀ ਕਰਦੀ ਆ ਕਿ ਆਪਣੇ ਵਾਲਦ ਨੂੰ ਮਿਲਣ ਵਾਸਤੇ ਆ ਜਾਂਦੀ ਆ। ਜਿਸ ਵੇਲੇ ਘਰ ਪਹੁੰਚਦੀ ਆ, ਵਾਲਦ ਨੂੰ ਜੱਫੀ ਪਾ ਕੇ ਮਿਲਦੀ ਆ ਤੇ ਰੋਂਦੀ ਆ। ਉਸ ਤੋਂ ਬਾਅਦ ਵਾਲਦ ਦੇ ਦਿਲ ਦੇ ਵਿੱਚ ਪਿਆਰ ਮੁਹੱਬਤ ਜਾਗ ਉੱਠਦੀ ਆ ਤੇ ਵਾਲਦ ਕਹਿੰਦਾ ਠੀਕ ਆ ਬੇਟਾ, ਮੈਂ ਤੈਨੂੰ ਮਾਫ ਕਰ ਦਿੱਤਾ, ਤੂੰ ਆਪਣੇ ਘਰ ਹੱਸੀ ਖੁਸ਼ੀ ਰਹਿ, ਲੇਕਿਨ ਮੇਰੀ ਇੱਕ ਸ਼ਰਤ ਜ਼ਰੂਰ ਆ ਕਿ ਹਮਜ਼ਾ ਇਸ ਘਰ ਦੇ ਵਿੱਚ ਕਦੀ ਵੀ ਜ਼ਿੰਦਗੀ ਦੇ ਵਿੱਚ ਪੈਰ ਨਹੀਂ ਪਾਵੇਗਾ। ਬੇਟੀ ਕਹਿੰਦੀ ਕੋਈ ਗੱਲ ਨਹੀਂ ਅੱਬਾ, ਜਿਵੇਂ ਤੂੰ ਕਵੇਂ ਮੈਨੂੰ ਮਨਜ਼ੂਰ ਆ। ਉਸ ਤੋਂ ਬਾਅਦ ਬੇਟੀ ਫਿਰ ਚਲੇ ਜਾਂਦੀ ਆ ਮਿਲ ਮੁਲ ਕੇ। ਹੁਣ ਬੇਟੀ ਦਿਲ ਦੇ ਵਿੱਚ ਹੀ ਸੋਚਦੀ ਆ ਕਿ ਕਿਉਂ ਨਾ ਮੈਂ ਹਮਜ਼ਾ ਨੂੰ ਵੀ ਲੈ ਕੇ ਆਵਾਂ ਤੇ ਇੱਕ ਦਿਨ ਵਾਲਦ ਜਿਹੜਾ ਮੇਰਾ ਉਹ ਹਮਜ਼ਾ ਵਾਸਤੇ ਵੀ ਮੰਨ ਜਾਏਗਾ, ਅਗਰ ਮੇਰੇ ਵਾਸਤੇ ਮੰਨ ਗਿਆ ਹਮਜ਼ਾ ਵਾਸਤੇ ਵੀ ਮੰਨ ਜਾਏਗਾ। ਫਿਰ ਇੱਕ ਦਿਨ ਇਹ ਕੀ ਕਰਦੀ ਆ ਕਿ ਹਮਜ਼ਾ ਨੂੰ ਆਪਣੇ ਨਾਲ ਲੈ ਕੇ ਆਂਦੀ ਆ ਔਰ ਹਮਜ਼ਾ ਨੂੰ ਦਰਵਾਜ਼ੇ ਦੇ ਉੱਤੇ ਖੜਾ ਕਰਕੇ ਤੇ ਆਪ ਅੰਦਰ ਵਾਲਦ ਕੋ ਮਿਲਣੇ ਵਾਸਤੇ ਪਹੁੰਚ ਜਾਂਦੀ ਆ। ਜੋ ਹੀ ਵਾਲਦ ਦੇਖਦਾ, ਉਹਨੂੰ ਜੱਫੀ ਪਾ ਕੇ ਮਿਲਦਾ ਤੇ ਹਮਜ਼ਾ ਜਿਹੜਾ ਦਰਵਾਜ਼ੇ ਤੇ ਖੜਾ ਹੁੰਦਾ। ਹੁਣ ਇਹ ਵਾਲਦ ਜਿਹੜਾ ਇਹ ਗੁੱਸੇ ਦੇ ਵਿੱਚ ਆ ਜਾਂਦਾ, ਇਹ ਹਮਜ਼ਾ ਕਿਉਂ ਆਇਆ ਹੈ ਦਰਵਾਜ਼ੇ ਤੇ, ਕਿਉਂ ਆ ਕੇ ਖੜਾ, ਹਾਲਾਂਕਿ ਲੈ ਕੇ ਉਹਦੀ ਬੇਟੀ ਆਈ ਸੀ ਕਿ ਆਜਾ, ਸ਼ਾਇਦ ਵਾਲਦ ਦਾ ਦਿਲ ਮੋਮ ਹੋ ਜਾਏਗਾ ਔਰ ਵਾਲਦ ਹਮਜ਼ਾ ਨੂੰ ਕਹਿ ਜਾਏਗਾ ਕਿ ਚੱਲ ਤੂੰ ਵੀ ਆਜਾ। ਲੇਕਿਨ ਰਮਜ਼ਾਨ ਦੇਖਦਿਆਂ ਹੀ ਹਮਜ਼ਾ ਨੂੰ ਗੁੱਸੇ ਦੇ ਵਿੱਚ ਆ ਜਾਂਦਾ, ਜਾ ਕੇ ਤੇ ਉਹਦਾ ਗਲਮਾ ਪਕੜ ਲੈਂਦਾ, ਗਲਮਾ ਪਕੜ ਕੇ ਉਹਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦਾ। ਜੋ ਹੀ ਦੇਖਦੀ ਆ ਬੇਟੀ ਇਹ ਸਾਰਾ ਮੰਜ਼ਰ, ਬੇਟੀ ਦੌੜ ਕੇ ਵਾਲਦ ਦੇ ਦਰਮਿਆਨ ਆ ਜਾਂਦੀ ਆ ਕੇ ਵਾਲਦ ਨੂੰ ਕਹਿੰਦੀ ਆ ਬਾਈ ਤੁਸੀਂ ਕੀ ਕਰ ਰਹੇ ਹੋ, ਹਮਜ਼ਾ ਮੇਰਾ ਸ਼ੌਹਰ ਆ, ਇਹਨੂੰ ਧੱਕੇ ਨਾ ਮਾਰੋ। ਤੇ ਖੈਰ ਉਧਰੋਂ ਉਹਦੀ ਬੇਗਮ ਸ਼ਾਹਿਦਾ ਵੀ ਆ ਜਾਂਦੀ ਆ ਤੇ ਹਮਜ਼ਾ ਨੂੰ ਛੁਡਵਾ ਕੇ ਤੇ ਵਾਪਸ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਬੱਚੀ ਵੀ ਨਾਲ ਚਲੇ ਜਾਂਦੀ ਆ, ਬੱਚੀ ਨੂੰ ਵੀ ਉਹ ਧੱਕੇ ਮਾਰ ਕੇ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਘਰ ਨਹੀਂ ਆਣਾ। ਹਮਜ਼ਾ ਤੇ ਬੱਚੀ ਦੋਨੋਂ ਇਹ ਚਲੇ ਜਾਂਦੇ ਨੇ ਵਾਪਸ ਆਪਣੇ ਘਰ। ਇਹ ਆਪਣੀ ਅੰਮੀ ਨੂੰ ਹੁਣ ਫੋਨ ਕਰਦੀ ਆ ਕਿ ਅੰਮੀ ਇਹ ਤਾਂ ਬਹੁਤ ਗਲਤ ਹੋ ਗਿਆ, ਅੱਬਾ ਬੜਾ ਸਖਤ ਤਬੀਅਤ ਬੰਦਾ, ਹੋ ਸਕਦਾ ਕੱਲ ਨੂੰ ਜਾਇਦਾਦ ਦੇ ਵਿੱਚੋਂ ਵੀ ਹਿੱਸਾ ਨਾ ਦਵੇ। ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਮਾਂ ਕਹਿੰਦੀ ਆ ਫਿਰ ਤੂੰ ਦੱਸ ਕੀ ਕਰਨਾ ਚਾਹੁੰਦੀ ਆ। ਇਹ ਕਹਿੰਦੀ ਬੇਟੀ ਜਿਹੜੀ ਆ ਤੈਯਬਾ ਸ਼ਹਿਜ਼ਾਦੀ ਕੇ ਇਹਦੀ ਜ਼ਿੰਦਗੀ ਦਾ ਹੀ ਖਾਤਮਾ ਕਰ ਦੇਣਾ ਚਾਹੀਦਾ। ਮਾਂ ਹੁਣ ਜਿਹੜੀ ਉਹ ਕਹਿੰਦੀ ਠੀਕ ਆ, ਇਹਨਾਂ ਰਲ ਕੇ ਪਲਾਨਿੰਗ ਬਣਾਈ। ਫਿਰ 28 ਰਾਤ ਨੂੰ ਇਹ ਜਿਸ ਵੇਲੇ ਸੋ ਜਾਂਦਾ ਹੈ, ਆਪਣੀ ਬੇਟੀ ਨੂੰ ਫੋਨ ਕਰਦੀ ਕਿ ਦਮਾਦ ਨੂੰ ਲੈ ਕੇ ਫੌਰਨ ਆ ਜਾ। ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਇਹਦਾ ਬੇਟਾ ਇੱਕ ਅਬੂ ਹਰੈਰਾ ਰਮਜ਼ਾਨ ਦਾ, ਉਹ ਵੀ ਇਹਦੇ ਵਿੱਚ ਸ਼ਾਮਲ ਆ। ਇਹ ਸਾਰੇ ਜਣੇ ਜਿਸ ਵੇਲੇ ਸੋ ਜਾਂਦਾ ਉਹਦਾ ਗਲਾ ਦਬਾਉਂਦੇ ਨੇ, ਉਹਨੂੰ ਦਬਾ ਕੇ ਤੇ ਇੱਕ ਰਕਸ਼ਾ ਲੈ ਕੇ ਆਂਦਾ ਆ ਹਮਜ਼ਾ, ਉਹਨੂੰ ਸੇਮ ਨਾਲੇ ਦੇ ਵਿੱਚ ਸੁੱਟ ਆਂਦੇ ਨੇ। ਫਿਰ 30 ਅਪ੍ਰੈਲ ਨੂੰ ਇੱਕ ਰਾਹਗੀਰ ਗੁਜ਼ਰਦਾ, ਇਹ ਲਾਸ਼ ਜਿਹੜੀ ਆ ਪਾਣੀ ਦੇ ਉੱਤੇ ਤੈਰ ਰਹੀ ਹੁੰਦੀ, ਉਹ ਵੇਖਦਾ 15 ਤੇ ਕਾਲ ਕਰ ਦਿੰਦਾ। ਪੁਲਿਸ ਜਿਹੜੀ ਆ ਥਾਣਾ ਖੁਰੜਿਆਂ ਵਾਲੇ ਦੀ ਮੌਕੇ ਤੇ ਪਹੁੰਚ ਜਾਂਦੀ ਆ। ਜੋ ਹੀ ਮੌਕੇ ਤੇ ਪਹੁੰਚਦੀ ਆ ਪੁਲਿਸ, ਉਹਦੀ ਲਾਸ਼ ਨੂੰ ਚੁੱਕਦੇ ਨੇ, ਪੋਸਟਮਾਰਟਮ ਵਾਸਤੇ ਹਸਪਤਾਲ ਲੈ ਜਾਂਦੇ ਨੇ। ਫਿੰਗਰਪ੍ਰਿੰਟ ਤੋਂ ਫਿਰ ਉਸ ਖਾਨਦਾਨ ਦਾ ਪਤਾ ਚਲਾਇਆ ਜਾਂਦਾ। ਪੁਲਿਸ ਉਹਨਾਂ ਦੇ ਘਰ ਪਹੁੰਚਦੀ ਆ, ਜਾ ਕੇ ਵੇਖਦੀ ਆ ਕਿ ਹਮਜ਼ਾ ਔਰ ਤੈਯਬਾ ਔਰ ਉਹਦੀ ਬੀਵੀ ਸ਼ਾਹਿਦਾ ਘਰ ਦੇ ਵਿੱਚ ਮੌਜੂਦ ਨੇ। ਪੁਲਿਸ ਨੇ ਫਿਰ ਇਹਨਾਂ ਤਿੰਨਾਂ ਨੂੰ ਪੁੱਛਿਆ ਔਰ ਸਾਰੀ CID ਲਈ। ਜਿਸ ਵੇਲੇ ਪਤਾ ਲੱਗਾ ਕਿ ਤੈਯਬਾ ਸ਼ਹਿਜ਼ਾਦੀ ਨੇ ਪਸੰਦ ਦੀ ਸ਼ਾਦੀ ਕੀਤੀ ਸੀ। ਉਸ ਤੋਂ ਬਾਅਦ ਪੁਲਿਸ ਨੇ ਫਿਰ ਤਿੰਨਾਂ ਦੇ ਜਿਸ ਵੇਲੇ ਬਿਆਨ ਲਏ, ਤਿੰਨਾਂ ਦੇ ਬਿਆਨ ਨਾ ਰਲੇ। ਉਸ ਤੋਂ ਬਾਅਦ ਪੁਲਿਸ ਜਿਹੜੀ ਆ
ਜਦੋਂ ਇਹਨਾਂ ਤਿੰਨਾਂ ਦੇ ਬਿਆਨ ਨਹੀਂ ਰਲਦੇ ਪਕੜ ਲੈਂਦੀ ਹੈ ਇਹਨਾਂ ਨੂੰ, ਬਸ ਫਿਰ ਜਦੋਂ ਆਪਣੇ ਤਰੀਕੇ ਦੇ ਨਾਲ ਪੁੱਛਦੀ ਆ ਤੇ ਫਿਰ ਇਹ ਫਰ ਸਾਰਾ ਕੁਝ ਸੱਚ ਬੋਲਣ ਲੱਗ ਪੈਂਦੇ ਨੇ। ਇਸ ਤਰ੍ਹਾਂ ਇਸ ਕੇਸ ਦਾ ਜਿਹੜਾ ਮਾਮਲਾ ਹੱਲ ਹੋਇਆ। ਅਸਲਾਮੁ ਅਲੈਕੁਮ ਵ ਰਹਿਮਤੁਲਾਹਿ ਵ ਬਰਕਾਤੁਹੂ।